ਅੱਜ ਅੰਮ੍ਰਿਤ ਵੇਲੇ ਗੁਰਦੇਵ ਪਿਤਾ ਜੀ ਨੇ ਜੋ ਪਾਵਨ ਹੁਕਮਨਾਮਾ ਬਖਸ਼ਿਸ਼ ਕੀਤਾ ਹੈ, ਇਹ ਪਾਵਨ ਸ਼ਬਦ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਦਾ ਉਚਾਰਨ ਕੀਤਾ ਹੋਇਆ ਸੋਰਠ ਰਾਗ ਅੰਦਰ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 603 ਤੇ ਅੰਕਿਤ ਹੈ। ਇਸ ਪਾਵਨ ਸ਼ਬਦ ਰਾਹੀਂ ਗੁਰਦੇਵ ਪਾਤਸ਼ਾਹ ਜੀ ਨੇ ਸਾਨੂੰ ਸਾਡੇ ਦੁੱਖਾਂ ਦਾ ਕਾਰਨ ਦੱਸਿਆ ਹੈ ਔਰ ਉਹਨਾਂ ਦੁੱਖਾਂ ਦੀ ਨਿਵਰਤੀ ਦੇ ਸਾਧਨ ਦੱਸੇ ਨੇ ਕਿ ਅਸੀਂ ਆਪਣੇ ਦੁੱਖਾਂ ਤੋਂ ਕਿਵੇਂ ਬਚ ਸਕਦੇ ਹਾਂ ਔਰ ਸਾਡੇ ਦੁੱਖ ਪੈਦਾ ਕਿਵੇਂ ਹੋ ਜਾਂਦੇ ਨੇ। ਆਓ ਬੜੇ ਪਿਆਰ ਨਾਲ ਵਿਚਾਰ ਕਰਨ ਦਾ ਯਤਨ ਕਰੀਏ। ਸਤਿਗੁਰ ਜੀ ਪਹਿਲਾ ਬਚਨ ਕਰਦੇ ਹਨ, ਬਿਨ ਸਤਿਗੁਰ ਸੇਵੇ ਬਹੁਤਾ ਦੁੱਖ ਲਾਗਾ, ਜੁਗ ਚਾਰੇ ਪਰਮਾਈ। ਕਿ ਸਤਿਗੁਰ ਦੇ ਦੱਸੇ ਰਾਹ 'ਤੇ ਤੁਰਨ ਤੋਂ ਬਿਨਾਂ ਮਨੁੱਖ ਨੂੰ ਬਹੁਤ ਦੁੱਖ ਚੰਬੜਿਆ ਰਹਿੰਦਾ ਹੈ ਔਰ ਉਹ ਹਰ ਵਕਤ ਜੁਗ ਚਾਰੇ ਦਾ ਮਤਲਬ ਹਰ ਸਮਾਂ ਕੋਈ ਵੀ ਹੋਵੇ ਆਪਣੇ ਜੀਵਨ ਰਾਸਤੇ ਤੋਂ ਭਟਕਿਆ ਰਹਿੰਦਾ ਔਰ ਭਟਕਣ ਦੇ ਕਾਰਨ ਅਨੇਕਾਂ ਐਸੇ ਕਰਮ ਕਰਦਾ ਹੈ ਜਿਨ੍ਹਾਂ ਰਾਹੀਂ ਹੋਰ ਦੁੱਖ ਪੈਦਾ ਹੁੰਦਾ ਹੈ। ਹੁਣ ਗੁਰੂ ਦੇ ਦੱਸੇ ਰਾਹ ਤੋਂ ਬਿਨਾਂ ਸਾਡੇ ਜੀਵਨ ਦੇ ਅੰਦਰ ਦੁੱਖ ਕਿਵੇਂ ਪੈਦਾ ਹੋ ਜਾਂਦਾ ਹੈ, ਇਹ ਥੋੜ੍ਹਾ ਵਿਚਾਰ ਦੀ ਗੱਲ ਹੈ। ਜਦੋਂ ਅਸੀਂ ਗੁਰੂ ਦੇ ਦੱਸੇ ਰਾਹ 'ਤੇ ਤੁਰਦੇ ਹਾਂ, ਗਿਆਨ ਗੁਰੂ ਦੀ ਅਗਵਾਈ ਅੰਦਰ ਅਸੀਂ ਫੈਸਲੇ ਲੈਂਦੇ ਹਾਂ, ਤਾਂ ਉਦੋਂ ਉਸ ਗਿਆਨ ਗੁਰੂ ਦੀ ਅਗਵਾਈ ਵਿੱਚ ਲਏ ਹੋਏ ਫੈਸਲੇ ਠੀਕ ਹੁੰਦੇ ਨੇ। ਮਨੁੱਖ ਨੂੰ ਇਹ ਸਮਝ ਪੈਂਦੀ ਹੈ ਠੀਕ ਕੀ ਹੈ, ਗਲਤ ਕੀ ਹੈ, ਧਰਮ ਕੀ ਹੈ, ਅਧਰਮ ਕੀ ਹੈ, ਹਾਨੀ ਕੀ ਹੈ, ਲਾਭ ਕੀ ਹੈ। ਮਨੁੱਖ ਨੂੰ ਵਿਵੇਕ ਬੁੱਧ ਮਿਲਦੀ ਹੈ, ਮਨੁੱਖ ਦੂਰ ਦ੍ਰਿਸ਼ਟਾ ਬਣਦਾ ਹੈ ਔਰ ਜੀਵਨ ਦੇ ਸਹੀ ਫੈਸਲੇ ਲੈਂਦਾ ਹੈ। ਜੀਵਨ ਦੇ ਸਹੀ ਫੈਸਲੇ ਲੈਣ ਕਰਕੇ ਇਹਦੇ ਜੀਵਨ ਦੇ ਅੰਦਰ ਸੁੱਖ ਪੈਦਾ ਹੁੰਦੇ ਨੇ। ਜਦੋਂ ਗੁਰੂ ਪਾਤਸ਼ਾਹ ਜੀ ਦੇ ਪਾਵਨ ਹੁਕਮ ਮੁਤਾਬਕ ਜ਼ਿੰਦਗੀ ਨਹੀਂ ਜੀਂਦਾ, ਅਗਿਆਨਤਾਵਸ ਇਹ ਆਪਣੇ ਜੀਵਨ ਦੇ ਫੈਸਲੇ ਗਲਤ ਲੈਂਦਾ ਹੈ, ਤਾਂ ਗਲਤ ਲਏ ਹੋਏ ਫੈਸਲਿਆਂ ਦਾ ਰਿਜ਼ਲਟ ਇਹ ਨਿਕਲਦਾ ਹੈ ਕਿ ਮਨੁੱਖ ਦੀ ਜ਼ਿੰਦਗੀ ਦੇ ਅੰਦਰ ਦੁੱਖ ਪੈਦਾ ਹੁੰਦੇ ਨੇ। ਗਲਤ ਲਏ ਹੋਏ ਫੈਸਲਿਆਂ ਕਰਕੇ ਸਾਡੇ ਜੀਵਨ ਦੇ ਅੰਦਰ ਕਲ ਕਲੇਸ਼ ਬਣਦਾ ਹੈ, ਲੜਾਈ ਦੰਗੇ ਆਦਿਕ ਹੁੰਦੇ ਨੇ। ਗਲਤ ਫੈਸਲਿਆਂ ਕਰਕੇ ਹੀ ਮਨੁੱਖ ਕਿਸੇ ਦੀ ਝੂਠੀ ਬਦਖੋਈ ਕਰਦਾ ਹੈ ਜਾਂ ਹੋਰ ਐਸੇ ਕਰਮ ਕਰਦਾ ਹੈ ਜਿਨ੍ਹਾਂ ਕਰਕੇ ਜੀਵਨ ਅੰਦਰ ਦੁੱਖ ਪੈਦਾ ਹੁੰਦੇ ਨੇ ਔਰ ਮਨੁੱਖ ਹਰ ਸਮੇਂ ਭਟਕਦਾ ਰਹਿੰਦਾ ਹੈ, ਜੀਵਨ ਦੇ ਅਸਲ ਮਾਰਗ ਤੋਂ ਖੁੰਝਿਆ ਰਹਿੰਦਾ ਹੈ, ਆਪਣੇ ਜੀਵਨ ਦੇ ਅਸਲ ਗੋਲ ਵੱਲ ਇਹ ਵੱਧਦਾ ਨਹੀਂ ਹੈ ਔਰ ਭਟਕਣਾ ਕਰਕੇ ਅਨੇਕਾਂ ਹੀ ਮਿੱਥੇ ਹੋਏ ਧਾਰਮਿਕ ਕਰਮ ਜਾਂ ਐਸੇ ਕਰਮ ਕਾਂਡ ਕਰਦਾ ਹੈ ਜਿਨ੍ਹਾਂ ਦਾ ਇਸ ਦੀ ਜ਼ਿੰਦਗੀ ਦੇ ਅੰਦਰ ਕੋਈ ਲਾਭ ਨਹੀਂ ਹੈ। ਤਾਂ ਜੀਵਨ ਦੇ ਅੰਦਰ ਭਟਕਣਾ ਪੈਦਾ ਹੁੰਦੀ ਹੈ ਗਿਆਨ ਗੁਰੂ ਦੀ ਅਗਵਾਈ ਤੋਂ ਬਿਨਾਂ ਔਰ ਗੁਰੂ ਦੇ ਦੱਸੇ ਰਾਹਾਂ ਤੋਂ ਬਿਨਾਂ ਮਨੁੱਖ ਜੀਵਨ ਦੇ ਅੰਦਰ ਦੁੱਖ ਸਹੇੜਦਾ ਹੈ। ਅਗਲਾ ਬਚਨ ਗੁਰਦੇਵ ਜੀ ਕਰਦੇ ਹਨ, ਹਮ ਦੀਨ ਤੁਮ ਜੁਗ ਜੁਗ ਦਾਤੇ, ਸ਼ਬਦੇ ਦੇਹ ਬੁਝਾਈ। ਹੇ ਮਾਲਕ ਅਸੀਂ ਦੀਨ ਹਾਂ। ਹੁਣ ਦੀਨ ਕੌਣ ਹੈ? ਭਗਤ ਕਬੀਰ ਜੀ ਕਹਿੰਦੇ ਨੇ, ਕਹੋ ਕਬੀਰ ਨਿਰਧਨ ਹੈ ਸੋਈ, ਜਾ ਕੇ ਹਿਰਦੈ ਨਾਮ ਨਾ ਹੋਈ। ਜਿਸ ਮਨੁੱਖ ਦੀ ਸੋਚ ਅੰਦਰ ਸੱਚ ਨਹੀਂ ਹੈ, ਜਿਸ ਮਨੁੱਖ ਦੀ ਸੋਚ ਅੰਦਰ ਦਇਆ ਨਹੀਂ, ਪ੍ਰੇਮ ਨਹੀਂ, ਨਿਰਭੈਤਾ ਨਹੀਂ, ਨਿਰਵੈਰਤਾ ਨਹੀਂ, ਇਨਸਾਨੀਅਤ ਨਹੀਂ, ਅਸਲ ਦੇ ਅੰਦਰ ਉਹ ਮਨੁੱਖ ਦੀਨ ਹੈ, ਕੰਗਾਲ ਹੈ, ਗੁਣਾਂ ਤੋਂ ਸੱਖਣਾ ਹੈ। ਹੇ ਮਾਲਕ ਅਸੀਂ ਦੀਨ ਹਾਂ, ਗੁਣਾਂ ਤੋਂ ਸੱਖਣੇ ਹਾਂ, ਅਤੇ ਹੇ ਪ੍ਰਭੂ ਤੂੰ ਜੁਗਾਂ ਜੁਗਾਂ ਤੋਂ ਦਾਤਾਂ ਦੇਣ ਵਾਲਾ ਦਾਤਾ ਹੈ। ਹੁਣ ਅਨੰਤ ਦਾਤਾਂ ਉਸ ਪ੍ਰਭੂ ਪਰਮਾਤਮਾ ਨੇ ਇਸ ਦੁਨੀਆ ਦੇ ਅੰਦਰ ਪੈਦਾ ਕੀਤੀਆਂ ਨੇ। ਅਸੀਂ ਦੇਖਦੇ ਹਾਂ ਸੋਨੇ ਦੀਆਂ ਖਾਨਾਂ, ਚਾਂਦੀ ਦੀਆਂ ਖਾਨਾਂ, ਹਜ਼ਾਰਾਂ ਕਿਸਮ ਦਾ ਅੰਨ, ਹਜ਼ਾਰਾਂ ਕਿਸਮ ਦੇ ਫੁੱਲ ਔਰ ਫਲ, ਗ੍ਰਹਿ ਨਕਸ਼ਤਰ, ਧਰਤੀ, ਆਕਾਸ਼ ਗੰਗਾਵਾਂ, ਕਿਤਨਾ ਸਾਰਾ ਮਨੁੱਖ ਵਾਸਤੇ ਇਸ ਦੁਨੀਆ ਦੇ ਅੰਦਰ ਦਾਤਾਂ ਪ੍ਰਭੂ ਪਰਮਾਤਮਾ ਨੇ ਪੈਦਾ ਕੀਤੀਆਂ ਨੇ। ਹੇ ਮਾਲਕ ਤੂੰ ਹਮੇਸ਼ਾ ਹੀ ਦਾਤਾਂ ਦੇਣ ਵਾਲਾ ਹੈ, ਸਾਡੇ 'ਤੇ ਰਹਿਮਤ ਕਰ। ਸ਼ਬਦੇ ਦੇਹ ਬੁਝਾਈ, ਬੁਝਾਈ ਦਾ ਮਤਲਬ ਸਮਝ। ਗੁਰੂ ਦੇ ਸ਼ਬਦ ਰਾਹੀਂ ਸਾਨੂੰ ਸੂਝ ਬਖਸ਼, ਗੁਰੂ ਦੇ ਸ਼ਬਦ ਰਾਹੀਂ ਸਾਨੂੰ ਸਹੀ ਜੀਵਨ ਦੀ ਸਮਝ ਬਖਸ਼, ਸਾਨੂੰ ਜੀਵਨ ਦੇ ਸਹੀ ਰਾਸਤੇ ਵਾਸਤੇ ਤੁਰਨ ਵਾਸਤੇ ਮੱਤ ਦੀ ਦਾਤ ਦੇ। ਤਾਂ ਪ੍ਰਭੂ ਦੇ ਦਰ ਤੋਂ ਅਸਾਂ ਵਿਵੇਕ ਬੁੱਧ ਮੰਗਣੀ ਹੈ, ਸੂਝ ਮੰਗਣੀ ਹੈ। ਗੁਰੂ ਦੀ ਪਾਵਨ ਬਾਣੀ ਰਾਹੀਂ ਸਾਨੂੰ ਸੂਝ ਮਿਲੇਗੀ। ਗੁਰੂ ਦੁਆਰੇ ਹੋਏ ਸੁਝ ਹੀ ਪਾਏ ਸੀ। ਜਦੋਂ ਸਾਨੂੰ ਵਿਵੇਕ ਬੁੱਧ ਮਿਲੇਗੀ, ਸੂਝ ਮਿਲੇਗੀ, ਸਮਝ ਮਿਲੇਗੀ, ਅਸੀਂ ਜੀਵਨ ਦੇ ਸਹੀ ਰਾਹਾਂ 'ਤੇ ਤੁਰਾਂਗੇ ਤਾਂ ਸਾਡੇ ਜੀਵਨ ਦੇ ਅੰਦਰ ਸੁੱਖ ਪੈਦਾ ਹੋਣਗੇ
ਔਰ ਸਾਡੇ ਜੋ ਦੁੱਖ ਨੇ ਉਹ ਮਿਟਦੇ ਚਲੇ ਜਾਣਗੇ। ਹਰ ਜੀਓ ਕਿਰਪਾ ਕਰੋ ਤੁਮ ਪਿਆਰੇ, हे हरि हे प्यारे प्रभु ਰਹਿਮਤ ਕਰ, ਬਖਸ਼ਿਸ਼ ਕਰ। ਹੁਣ ਪ੍ਰਭੂ ਤੋਂ ਮੰਗਣਾ ਸਿਖਾ ਰਹੇ ਨੇ ਕਿ ਅਸੀਂ ਮੰਗਣਾ ਕੀ ਹੈ। ਸਤਿਗੁਰ ਦਾਤਾ ਮੇਲ ਮਿਲਾਵੋ, ਹਰ ਨਾਮ ਦੇਵੋ ਆਧਾਰੇ। हे ਮਾਲਕ, ਜੋ ਸਹੀ ਜੀਵਨ ਦੀ ਜਾਂਚ ਦੇਣ ਵਾਲਾ ਸਤਿਗੁਰੂ ਹੈ, ਸਤਿਗੁਰੂ ਨਾਮ ਦਾ ਦਾਤਾ ਹੈ, ਸਤਿਗੁਰੂ ਗਿਆਨ ਦਾ ਦਾਤਾ ਹੈ, ਸਤਿਗੁਰੂ ਦਾਤੇ ਦੇ ਨਾਲ ਸਾਡਾ ਮੇਲ ਮਿਲਾਓ। ਸਾਨੂੰ ਸਤਿਗੁਰੂ ਦਾਤੇ ਦੇ ਮੇਲ ਵਿੱਚ ਮਿਲਾ ਦਿਓ, ਯਾਨੀ ਅਸੀਂ ਗੁਰੂ ਦੀ ਦੱਸੀ ਮਰਿਆਦਾ ਮੁਤਾਬਕ ਜ਼ਿੰਦਗੀ ਜੀ ਸਕੀਏ, ਗੁਰੂ ਦੇ ਦਿੱਤੇ ਵੇ ਆਫ ਲਾਈਫ ਨੂੰ ਅਪਣਾ ਸਕੀਏ। ਸਾਨੂੰ ਐਸੀ ਸੂਝ ਬਖਸ਼ੋ, ਸਾਨੂੰ ਐਸਾ ਬਲ ਬਖਸ਼ੋ। ਹਰ ਨਾਮ ਦੇਵੋ ਆਧਾਰੇ। ਤੇ हे ਮਾਲਕ, ਗੁਰੂ ਦੀ ਦੱਸੇ ਰਾਹ 'ਤੇ ਤੁਰ ਕੇ, ਗੁਰੂ ਦੇ ਗਿਆਨ ਦੀ ਦਾਤ ਬਖਸ਼ਿਸ਼ ਕਰਕੇ ਸਾਨੂੰ ਹਰੀ ਨਾਮ ਦਾ ਆਸਰਾ ਦਿਓ। ਗੁਰੂ ਦੇ ਦਰ ਤੋਂ ਸਾਨੂੰ ਨਾਮ ਦਾ ਆਸਰਾ ਮਿਲੇ, ਨਾਮ ਸਾਡੇ ਜੀਵਨ ਦਾ ਆਧਾਰ ਬਣ ਜਾਏ। ਹੁਣ ਨਾਮ ਨੂੰ ਜੀਵਨ ਦਾ ਆਧਾਰ ਜੋ ਮਨੁੱਖ ਬਣਾਏਗਾ, ਉਸ ਮਨੁੱਖ ਦੀ ਜ਼ਿੰਦਗੀ ਅੰਦਰ ਸੁੱਖ ਸ਼ਾਂਤੀ ਆਏਗੀ। ਨਾਮ ਦਾ ਮਤਲਬ ਹੈ ਰੱਬੀ ਰਜ਼ਾ ਦੇ ਵਿੱਚ ਤੁਰਨਾ। ਨਾਮ ਤੋਂ ਭਾਵ ਪ੍ਰਭੂ ਪਰਮਾਤਮਾ ਦੇ ਗੁਣਾਂ ਦੇ ਧਾਰਨੀ ਹੋਣਾ, ਜਿਵੇਂ ਸੱਚ ਹੈ, ਨਿਰਭੈਤਾ ਹੈ, ਨਿਰਵੈਰਤਾ ਹੈ, ਦਇਆ ਹੈ, ਇਨਸਾਨੀਅਤ ਹੈ, ਪ੍ਰੇਮ ਹੈ। ਇਹਨਾਂ ਜੀਵਾਂ ਨੂੰ ਆਪਣੀ ਸੋਚ ਦਾ, ਆਪਣੀ ਮਾਨਸਿਕਤਾ ਦਾ, ਆਪਣੇ ਜੀਵਨ ਦਾ ਆਧਾਰ ਬਣਾਉਣਾ ਹੈ। ਇਹਨਾਂ ਗੁਣਾਂ ਦੇ ਉੱਤੇ ਆਪਣੇ ਜੀਵਨ ਦੀ ਉਸਾਰੀ ਕਰਨੀ ਹੈ। ਇਹ ਸਾਡੇ ਜੀਵਨ ਦਾ ਬੇਸ ਹੈ। ਤਾਂ ਜੋ ਪ੍ਰਭੂ ਦੇ ਗੁਣਾਂ ਨੂੰ ਆਪਣੀ ਜ਼ਿੰਦਗੀ ਦਾ ਆਧਾਰ ਬਣਾਉਣਗੇ, ਉਹਨਾਂ ਦੇ ਜੀਵਨ ਦੇ ਅੰਦਰ ਸੁੱਖ ਸ਼ਾਂਤੀ, ਆਨੰਦ ਖੇੜਾ, ਪ੍ਰਸੰਨਤਾ ਪੈਦਾ ਹੋਵੇਗੀ। ਗੁਰੂ ਪਾਤਸ਼ਾਹ ਜੀ ਅਗਲਾ ਬਚਨ ਕਰਦੇ ਹਨ, ਮਨਸਾ ਮਾਰ ਦੁਬਦਾ ਸਹਿਜ ਸਮਾਣੀ, ਪਾਇਆ ਨਾਮ ਅਪਾਰਾ। ਜੋ ਨਾਮ ਨੂੰ ਆਪਣੇ ਜੀਵਨ ਦਾ ਆਧਾਰ ਬਣਾ ਲੈਂਦੇ ਨੇ, ਜਿਨ੍ਹਾਂ ਨੇ ਅਪਾਰ ਪ੍ਰਭੂ ਪਰਮਾਤਮਾ ਦਾ ਨਾਮ ਪਾ ਲਿਆ, ਉਹਦੀ ਨਿਸ਼ਾਨੀ ਕੀ ਹੈ। ਸਾਨੂੰ ਕਿਵੇਂ ਸਮਝ ਆਵੇ ਕਿ ਮੈਨੂੰ ਨਾਮ ਦੀ ਪ੍ਰਾਪਤੀ ਹੋ ਗਈ, ਜਾਂ ਮੈਂ ਗੁਰੂ ਦੇ ਦੱਸੇ ਰਾਹ 'ਤੇ ਚੱਲ ਰਿਹਾ ਹਾਂ, ਜਾਂ ਪ੍ਰਭੂ ਦਾ ਨਾਮ ਮੇਰੇ ਜੀਵਨ ਦਾ ਆਧਾਰ ਬਣ ਗਿਆ ਹੈ। ਇਹਦੀ ਸਮਝ ਕਿਵੇਂ ਪਵੇਗੀ? ਉਹਦੀ ਨਿਸ਼ਾਨੀ ਦੱਸਦੇ ਨੇ ਮਨਸਾ ਮਾਰ। ਜਿਹਨੇ ਪ੍ਰਭੂ ਦੇ ਨਾਮ ਨੂੰ ਪਾ ਲਿਆ, ਉਹਨੇ ਆਪਣੀ ਮਨਸਾ ਨੂੰ ਮਾਰ ਲਿਆ। ਮਨਸਾ ਦਾ ਮਤਲਬ ਜੋ ਅੰਦਰ ਵਿਕਾਰਾਂ ਦੇ ਫੁਰਨੇ ਨੇ, ਉਹਨਾਂ ਨੂੰ ਮਾਰ ਕੇ ਦੁਬਦਾ ਸਹਿਜ ਸਮਾਣੀ। ਦੁਬਦਾ ਦਾ ਮਤਲਬ ਜੋ ਡਾਵਾਂ ਡੋਲ ਹਾਲਾਤ ਹੈ, ਦੋ ਤਰ੍ਹਾਂ ਦਾ ਜੀਵਨ ਹੈ, ਅੰਦਰੋਂ ਹੋਰ ਔਰ ਬਾਹਰੋਂ ਹੋਰ। ਉਹ ਉਹਨਾਂ ਦੀ ਹਾਲਾਤ ਜੋ ਹੈ ਸਹਿਜ ਦੇ ਅੰਦਰ ਸਮਾ ਜਾਂਦੀ ਹੈ। ਭਾਵ ਕਿ ਉਹਨਾਂ ਦੇ ਅੰਦਰ ਫਿਰ ਵਿਕਾਰਾਂ ਦੇ ਫੁਰਨੇ ਨਹੀਂ ਫੁਰਦੇ। ਉਹਨਾਂ ਦੇ ਜੀਵਨ ਵਿੱਚ ਮਾੜਾ ਕਰਮ ਕਰਨਾ ਤਾਂ ਦੂਰ ਦੀ ਗੱਲ, ਮਾੜੇ ਕਰਮ ਵਾਸਤੇ ਕੋਈ ਵਿਚਾਰ ਵੀ ਪੈਦਾ ਨਹੀਂ ਹੁੰਦਾ, ਕੋਈ ਫੁਰਨਾ ਵੀ ਨਹੀਂ ਫੁਰਦਾ। ਉਹਨਾਂ ਦੇ ਮਾੜੇ ਫੁਰਨੇ ਹੀ ਖਤਮ ਹੋ ਜਾਂਦੇ ਨੇ, ਅੰਦਰ ਕੋਈ ਮਾੜਾ ਫੁਰਨਾ ਫੁਰਦਾ ਹੀ ਨਹੀਂ ਹੈ। ਅਤੇ ਜਿਹੜੀ ਦੁਬਦਾ ਹੈ, ਦੁਬਦਾ ਦਾ ਮਤਲਬ ਦੋ ਤਰ੍ਹਾਂ ਦਾ ਜੀਵਨ, ਅੰਦਰੋਂ ਹੋਰ ਬਾਹਰੋਂ ਹੋਰ, ਕਥਨੀ ਔਰ ਕਰਨੀ ਦੇ ਪੂਰੇ ਨਾ ਹੋਣਾ, ਕਿਸੇ ਨਾਲ ਹੋਰ ਤਰ੍ਹਾਂ ਦਾ ਵਿਤਕਰਾ ਕਰਨਾ, ਕਿਸੇ ਨਾਲ ਹੋਰ ਤਰ੍ਹਾਂ ਦਾ ਵਿਹਾਰ ਕਰਨਾ। ਇਹ ਵਿਤਕਰੇ ਆਦਿਕ ਮੇਰ ਤੇਰ ਦੇ ਜਿਹੜੇ ਵਿਹਾਰ ਹੈ, ਉਹ ਮਨੁੱਖ ਦੇ ਅੰਦਰੋਂ ਖਤਮ ਹੋ ਜਾਂਦਾ ਹੈ, ਜੋ ਪ੍ਰਭੂ ਦੇ ਗੁਣਾਂ ਦਾ ਧਾਰਨੀ ਹੋ ਜਾਂਦਾ ਹੈ। ਭਗਤ ਕਬੀਰ ਜੀ ਨੇ ਬੜੇ ਪਿਆਰ ਦੇ ਨਾਲ ਸਾਨੂੰ ਸਮਝਾਇਆ ਹੈ ਕਿ ਇਸ ਸੰਸਾਰ ਦੇ ਅੰਦਰ ਜੋ ਦੁਬਦਾ ਹੈ, ਮੇਰ ਤੇਰ ਦੇ ਵਿਤਕਰੇ ਨੇ, ਇਹਨਾਂ ਨੂੰ ਕਾਬੂ ਕਰਨਾ ਬਹੁਤ ਔਖਾ ਹੈ। ਧਰਤੀ ਅਰ ਆਕਾਸ਼ ਮਹਿ ਦੋਏ ਤੂੰ ਬਰੀ ਅਬਧ, ਖਟ ਦਰਸ਼ਨ ਸੰਸੇ ਪਰੇ ਅਰ 84 ਸਿੱਧ। ਕਿ ਇਹ ਦੁਬਦਾ ਤੈਨੂੰ ਕਾਬੂ ਵਿੱਚ ਕਰਨਾ ਬਹੁਤ ਔਖਾ ਹੈ। 6 ਦਰਸ਼ਨਾਂ ਨੂੰ ਮੰਨਣ ਵਾਲੇ ਲੋਕ ਔਰ 84 ਸਿੱਧ ਯਾਨੀ ਯੋਗ ਸਾਧਨਾਵਾਂ ਦੇ ਅੰਦਰ ਪੁਗੇ ਹੋਏ ਜੋਗੀ ਵੀ ਤੇਰੇ ਪਾਏ ਹੋਏ ਸੰਸਿਆ ਦੇ ਅੰਦਰ ਭਟਕਦੇ ਔਰ ਭਰਮਦੇ ਫਿਰ ਰਹੇ ਨੇ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਪਾਵਨ ਬਾਣੀ ਵਿੱਚ ਬਚਨ ਕੀਤਾ ਹੈ ਕਿ ਜੋ ਇਸ ਦੁਬਦਾ ਨੂੰ ਮਾਰ ਲੈਂਦਾ ਹੈ, ਮੇਰ ਤੇਰ ਦੀ ਵਿਤਕਰਿਆਂ ਨੂੰ ਖਤਮ ਕਰ ਲੈਂਦਾ ਹੈ, ਇਸ ਸੰਸਾਰ ਦੇ ਉੱਤੇ ਆਉਣਾ ਉਸੇ ਦਾ ਸਫਲਾ ਹੈ, ਉਹਦਾ ਜੀਵਨ ਮਹਾਨ ਹੈ। ਉਸ ਇਨਸਾਨ ਦੇ ਅੰਦਰ ਹੀ ਇਨਸਾਨੀਅਤ ਪੈਦਾ ਹੁੰਦੀ ਹੈ, ਉਹ ਇਨਸਾਨ ਹੀ ਪ੍ਰਭੂ ਦੇ ਦਰ 'ਤੇ ਪ੍ਰਵਾਨ ਹੁੰਦਾ ਹੈ। ਉਸੇ ਇਨਸਾਨ ਨੂੰ ਸੂਰਮਾ ਕਿਹਾ ਜਾ ਸਕਦਾ ਹੈ। ਉਹ ਇਨਸਾਨ ਪੂਰਨਤਾ ਨੂੰ ਪ੍ਰਾਪਤ ਹੁੰਦਾ ਹੈ ਜੋ ਦੁਬਦਾ ਨੂੰ ਮਾਰਦਾ ਹੈ। ਜੋ ਇਸ ਮਾਰੇ ਸੋਈ ਸੂਰਾ, ਜੋ ਇਸ ਮਾਰੇ ਸੋਈ ਪੂਰਾ, ਜੋ ਇਸ ਮਾਰੇ ਤਿਸਕਾ ਆਇਆ ਗਨੀ, ਜੋ ਇਸ ਮਾਰੇ ਸੋ ਨਿਹਚਲ ਧਨੀ। ਗੁਰਦੇਵ ਨੇ ਹੋਰ ਬਚਨ ਕੀਤੇ ਨੇ ਕਿ ਇਸ ਦੁਬਦਾ ਨੂੰ ਮਾਰਨ ਤੋਂ ਬਿਨਾਂ
ਕਦੇ ਵੀ ਮਨੁੱਖ ਪ੍ਰਭੂ ਦਰ ਤੇ ਪ੍ਰਵਾਨ ਨਹੀਂ ਹੁੰਦਾ, ਚਾਹੇ ਸੈਂਕੜੇ ਹਜ਼ਾਰਾਂ ਔਰ ਕਰੋੜਾਂ ਕਰਮ ਕਰਦਾ ਰਹੇ। ਜੋ ਮਿੱਥੇ ਹੋਏ ਧਾਰਮਿਕ ਕਰਮ ਕਾਂਡ ਨੇ ਕਰੋੜਾਂ ਵੀ ਕਰੇ, ਕਰੋੜਾਂ ਕਿਸਮ ਦਾ ਜਪ ਤਪ ਕਰੇ, ਤਾਂ ਵੀ ਪ੍ਰਭੂ ਦਰ ਤੇ ਪ੍ਰਵਾਨ ਨਹੀਂ ਜੇ ਇਹਦੇ ਅੰਦਰ ਡੁੱਬਦਾ ਹੈ। ਇਸ ਮਾਰੀ ਬਿਨ ਥਾਏ ਨਾ ਪਰੈ, ਕੋਟ ਕਰਮ ਜਾਪ ਤਪ ਕਰੇ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਜਿਸ ਨੇ ਪ੍ਰਭੂ ਦੇ ਨਾਮ ਦੀ ਦਾਤ ਪ੍ਰਾਪਤ ਕਰ ਲਈ, ਜੋ ਰੱਬੀ ਗੁਣਾਂ ਦਾ ਧਾਰਨੀ ਹੋ ਗਿਆ, ਜੋ ਰੱਬ ਦੀ ਰਜ਼ਾ ਮੁਤਾਬਕ ਜ਼ਿੰਦਗੀ ਜੀਂਦਾ ਹੈ, ਉਹਦੀ ਮਨਸਾ, ਉਹਦੇ ਜੋ ਵਿਕਾਰਾਂ ਵਾਲੇ ਫੁਰਨੇ ਨੇ ਉਹ ਖਤਮ ਹੋ ਜਾਂਦੇ ਨੇ, ਉਹਦੀ ਦੁਬਦਾ ਖਤਮ ਹੋ ਜਾਂਦੀ ਹੈ ਔਰ ਉਹ ਮਨੁੱਖ ਸਹਿਜ ਦੇ ਅੰਦਰ ਸਦਾ ਵਾਸਤੇ ਸਮਾ ਜਾਂਦਾ ਹੈ। ਯਾਨੀ ਮਨ, ਬਚਨ ਔਰ ਕਰਮ ਕਰਕੇ ਉਹ ਸੱਚ ਦਾ ਧਾਰਨੀ ਹੋ ਜਾਂਦਾ ਹੈ। ਹਰ ਰਸ ਚਾਖ ਮਨ ਨਿਰਮਲ ਹੋਵਾ, ਕਿਲਬਿਕ ਕਾਟਣ ਹਾਰਾ। ਜੋ ਪ੍ਰਭੂ ਦਾ ਨਾਮ ਹੈ, ਰੱਬ ਦੀ ਰਜ਼ਾ ਭਾਣੇ ਵਿੱਚ ਤੁਰਨਾ ਹੈ, ਇਹ ਪ੍ਰਭੂ ਦੇ ਜੋ ਗੁਣ ਨੇ ਕਿਲਵਿਕ ਪਾਪਾਂ ਨੂੰ ਕੱਟਣ ਵਾਲੇ ਨੇ। ਪ੍ਰਭੂ ਦੇ ਗੁਣ, ਪ੍ਰਭੂ ਦਾ ਭਾਣਾ, ਪ੍ਰਭੂ ਦੀ ਰਜ਼ਾ ਵਿੱਚ ਤੁਰਨਾ, ਇਹ ਪਾਪਾਂ ਨੂੰ ਖਤਮ ਕਰਨ ਵਾਲੇ ਨੇ। ਕਿਵੇਂ ਖਤਮ ਕਰਨ ਵਾਲੇ ਨੇ? ਜਿਵੇਂ ਅਸੀਂ ਸੱਚ ਬੋਲਦੇ ਹਾਂ ਤਾਂ ਝੂਠ ਆਟੋਮੈਟਿਕਲੀ ਖਤਮ ਹੋ ਜਾਂਦਾ ਹੈ। ਜਦੋਂ ਮਨੁੱਖ ਪ੍ਰੇਮ ਦਾ ਧਾਰਨੀ ਹੁੰਦਾ ਹੈ ਤਾਂ ਉਹਦੀ ਜ਼ਿੰਦਗੀ 'ਚੋਂ ਈਰਖਾ ਆਪਣੇ ਆਪ ਮਿਟ ਜਾਂਦੀ ਹੈ। ਭਾਵ ਗੁਣਾਂ ਦੇ ਧਾਰਨੀ ਹੋਣ ਦੇ ਨਾਲ ਔਗਣ ਆਪੇ ਹੀ ਮਿਟ ਜਾਂਦੇ ਨੇ। ਜਦੋਂ ਤੱਕ ਮਨੁੱਖੀ ਮਨ ਵਿੱਚ ਮੈਂ ਹੈ, ਉਦੋਂ ਤੱਕ ਤੂੰ ਨਹੀਂ, ਅਤੇ ਜਦੋਂ ਤੂੰ ਆ ਜਾਏ ਉਦੋਂ ਮੈਂ ਨਹੀਂ ਰਹਿੰਦਾ। ਕਬੀਰ ਤੂੰ ਕਰਤਾ ਤੂੰ ਹੁਆ, ਮੁਝ ਮੈਂ ਰਹਾ ਨਾ ਹੂੰ, ਜਬ ਆਪਾ ਪਰ ਕਾ ਮਿਟ ਗਿਆ, ਜਤ ਦੇਖੋ ਤਤ ਤੂੰ। ਤਾਂ ਪ੍ਰਭੂ ਦਾ ਨਾਮ ਪਾਪਾਂ ਨੂੰ ਕੱਟਣ ਵਾਲਾ ਹੈ। ਹਰ ਰਸ ਚਾਖ ਮਨ ਨਿਰਮਲ ਹੋਆ, ਅਤੇ ਜਿਹੜਾ ਹਰੀ ਦੇ ਰਸ ਨੂੰ ਚੱਖ ਲੈਂਦਾ ਹੈ ਉਹਦਾ ਮਨ ਨਿਰਮਲ ਹੋ ਜਾਂਦਾ ਹੈ, ਉਹਦੀ ਸੋਚ ਨਿਰਮਲ ਹੋ ਜਾਂਦੀ ਹੈ, ਉਹਦੇ ਅੰਦਰ ਈਰਖਾ, ਦਵੈਸ਼, ਵੈਰ ਵਿਰੋਧ ਦੀ ਮੈਲ ਨਹੀਂ ਰਹਿੰਦੀ। ਜਿੰਨੇ ਵੀ ਨਾਮ ਰਸ ਨੂੰ ਚੱਖਿਆ, ਹੁਣ ਇਸ ਹਰੀ ਰਸ ਨੂੰ ਚੱਖਣ ਦਾ ਭਾਵ ਕੀ ਹੈ? ਜਿਵੇਂ ਕੋਈ ਸਬਜ਼ੀ ਭਾਜੀ, ਲੰਗਰ ਪ੍ਰਸ਼ਾਦਾ ਘਰ ਵਿੱਚ ਬਣਿਆ ਹੋਵੇ, ਸਾਡੇ ਸਾਹਮਣੇ ਲੰਗਰ ਪ੍ਰਸ਼ਾਦਾ ਪਿਆ ਹੋਵੇ ਤਾਂ ਸਾਨੂੰ ਉਹਦਾ ਰਸ ਨਹੀਂ ਆਏਗਾ, ਰਸ ਉਹਨੂੰ ਆਏਗਾ ਜੋ ਉਹਨੂੰ ਚੱਖੇਗਾ, ਜੋ ਉਸਨੂੰ ਖਾਏਗਾ। ਭਗਤ ਕਬੀਰ ਜੀ ਨੇ ਬੜੇ ਪਿਆਰ ਨਾਲ ਸਮਝਾਇਆ ਹੈ ਕਿ ਜਿਵੇਂ ਮਿਸ਼ਰੀ ਦਾ ਬੜਾ ਸੁੰਦਰ ਮਿੱਠਾ ਸ਼ਰਬਤ ਬਣਿਆ ਹੋਵੇ ਤਾਂ ਸਵਾਦ ਉਸੇ ਨੂੰ ਆਏਗਾ ਜੋ ਪੀਵੇਗਾ। ਅਲੌਤੀ ਕਾ ਜੈਸੇ ਪਿਆ ਬਰੇਡਾ, ਜਿਨ ਪੀਆ ਤਿਨ ਜਾਣਿਆ। ਇਸੇ ਤਰ੍ਹਾਂ ਜੋ ਰੱਬੀ ਗੁਣ ਨੇ, ਸੱਚ ਹੈ, ਦਇਆ ਹੈ, ਪ੍ਰੇਮ ਹੈ, ਇਹਨਾਂ ਦਾ ਰਸ ਉਹਨਾਂ ਨੂੰ ਆਏਗਾ ਨਾ ਜੋ ਇਹਨਾਂ ਗੁਣਾਂ ਨੂੰ ਅਪਣਾਉਣਗੇ, ਜੋ ਇਹਨਾਂ ਗੁਣਾਂ ਦੀ ਵਰਤੋਂ ਕਰਨਗੇ। ਜੋ ਇਨਸਾਨ ਪ੍ਰੇਮ ਵਾਲੀ ਜ਼ਿੰਦਗੀ ਜੀ ਰਿਹਾ ਹੈ, ਪ੍ਰੇਮ ਦੇ ਵਾਤਾਵਰਣ ਵਿੱਚ ਰਿਹਾ ਜੋ ਸੁੱਖ ਮਿਲਦਾ ਹੈ, ਇਹ ਬੰਦਾ ਉਹੀ ਮਾਣ ਸਕਦਾ ਜੋ ਪ੍ਰੇਮ ਦੇ ਨਾਲ ਜ਼ਿੰਦਗੀ ਜੀ ਰਿਹਾ ਹੈ। ਜੋ ਮਨੁੱਖ ਈਰਖਾ ਵਾਲੀ ਜ਼ਿੰਦਗੀ ਜੀ ਰਿਹਾ ਹੈ, ਉਹ ਪ੍ਰੇਮ ਦੇ ਰਸ ਨੂੰ ਨਹੀਂ ਮਾਣ ਪਾਉਂਦਾ। ਤਾਂ ਗੁਰਦੇਵ ਪਾਤਸ਼ਾਹ ਕਹਿੰਦੇ ਨੇ, ਜਿਨ੍ਹਾਂ ਨੇ ਇਹਨਾਂ ਗੁਣਾਂ ਦੇ ਉੱਤੇ ਅਮਲ ਕੀਤਾ, ਉਹਨਾਂ ਦਾ ਮਨ ਪਾਪਾਂ ਦੀ ਮੈਲ ਤੋਂ ਰਹਿਤ ਹੋ ਗਿਆ, ਕਿਉਂਕਿ ਇਹ ਪ੍ਰਭੂ ਦੇ ਜੋ ਗੁਣ ਨੇ, ਨਾਮ ਹੈ, ਉਹ ਪਾਪਾਂ ਨੂੰ ਕੱਟਣ ਵਾਲੇ ਨੇ। ਇਸ ਲਈ ਗੁਰਦੇਵ ਸਾਨੂੰ ਸਮਝਾ ਰਹੇ ਨੇ, ਸ਼ਬਦ ਮਰੋ ਫਿਰ ਜੀਵੋ ਸਦ ਹੀ, ਤਾਂ ਫਿਰ ਮਰਨ ਨਾ ਹੋਈ। ਸ਼ਬਦ ਮਰੋ, ਸ਼ਬਦ ਰਾਹੀਂ ਮਰੋ ਦਾ ਮਤਲਬ ਕਿ ਜੋ ਵਿਕਾਰ ਨੇ ਇਹਨਾਂ ਵੱਲੋਂ ਨਿਰਲੇਪ ਹੋਵੋ, ਇਹਨਾਂ ਵਿਕਾਰਾਂ ਵੱਲੋਂ ਅਛੋ ਹੋ ਜਾਓ, ਵਿਕਾਰ ਤੁਹਾਡੀ ਸੋਚ ਨੂੰ ਟੱਚ ਵੀ ਨਾ ਕਰ ਸਕਣ, ਇਸੇ ਨੂੰ ਕਹਿੰਦੇ ਨੇ ਮਰਨਾ। ਸ਼ਬਦ ਦਾ ਮਤਲਬ ਗੁਰੂ ਦਾ ਉਪਦੇਸ਼, ਕਿ ਭਾਈ ਗੁਰੂ ਦੇ ਉਪਦੇਸ਼ ਦੇ ਧਾਰਨੀ ਹੋਵੋ, ਗੁਰੂ ਦੇ ਵੇ ਆਫ ਲਾਈਫ ਨੂੰ ਅਪਣਾਓ ਅਤੇ ਗੁਰੂ ਦੇ ਉਪਦੇਸ਼ ਦੇ ਧਾਰਨੀ ਹੋ ਕੇ ਵਿਕਾਰਾਂ ਵੱਲੋਂ ਅਛੋ ਹੋ ਜਾਓ, ਵਿਕਾਰਾਂ ਵੱਲੋਂ ਨਿਰਲੇਪ ਹੋ ਜਾਓ। ਫਿਰ ਜੀਵੋ ਸਦ ਹੀ, ਫਿਰ ਤੁਹਾਨੂੰ ਸदैਵੀਂ ਆਤਮਿਕ ਜੀਵਨ ਮਿਲੇਗਾ। ਅਸਲ ਦੇ ਅੰਦਰ ਜਿਉਂਦਾ ਬੰਦਾ ਉਹ ਹੈ ਜੋ ਸੱਚ ਦੇ ਨਾਲ ਜੁੜਿਆ ਹੋਇਆ ਹੈ। ਸੋ ਜੀਵਿਆ ਜਿਸ ਮਨ ਵਸਿਆ ਸੋਏ, ਨਾਨਕ ਅਵਰ ਨਾ ਜੀਵੈ ਕੋਏ। ਜੇ ਜੀਵੈ ਪਤ ਲੱਥੀ ਜਾਏ, ਸਭ ਹਰਾਮ ਜੀਤਾ ਕਿਛ ਖਾਏ। ਗੁਰੂ ਜੀ ਕਹਿੰਦੇ ਨੇ, ਅਸਲ ਇਨਸਾਨੀ ਜ਼ਿੰਦਗੀ ਉਹ ਜੀ ਰਿਹਾ ਹੈ ਜਿਸ ਦੇ ਹਿਰਦੇ ਵਿੱਚ ਪ੍ਰਭੂ ਦੇ ਗੁਣ ਵਸ ਗਏ ਨੇ। ਉਸ ਤੋਂ ਬਿਨਾਂ ਕੋਈ ਆਤਮਿਕ ਜ਼ਿੰਦਗੀ ਨਹੀਂ ਜੀ ਰਿਹਾ। ਜੇ ਪ੍ਰਭੂ ਨੂੰ ਵਿਸਾਰ ਕੇ, ਸੱਚਾਈ ਦਇਆ ਨੂੰ ਵਿਸਾਰ ਕੇ, ਰੱਬੀ ਗੁਣਾਂ ਨੂੰ ਵਿਸਾਰ ਕੇ ਕੋਈ ਜ਼ਿੰਦਗੀ ਜੀ ਰਿਹਾ ਹੈ ਤਾਂ ਗੁਰੂ ਜੀ ਕਹਿੰਦੇ ਨੇ ਉਹਦਾ ਖਾਣਾ ਪੀਣਾ ਸਭ ਕੁਛ ਹਰਾਮ ਹੈ, ਯਾਨੀ ਬੇਕਾਰ ਹੈ, ਵਿਅਰਥ ਹੈ।
ਉਹਦੇ ਜੀਵਨ ਦਾ ਸੰਸਾਰ ਸਮਾਜ ਨੂੰ ਕੋਈ ਲਾਭ ਨਹੀਂ ਹੈ। ਜਿਹਾ ਉਹ ਆਇਆ ਤਿਆ ਨਾ ਆਇਆ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਜਦੋਂ ਤੁਹਾਨੂੰ ਸदैਵੀ ਜੀਵਨ ਮਿਲੇਗਾ ਤਾਂ ਫਿਰ ਮਰਨ ਨਾ ਹੋਈ, ਫਿਰ ਕਦੇ ਆਤਮਕ ਮੌਤ ਨਹੀਂ ਹੋਏਗੀ, ਯਾਨੀ ਕਦੇ ਵਿਕਾਰ ਤੁਹਾਡੇ ਉੱਤੇ ਆਪਣਾ ਪ੍ਰਭਾਵ ਨਹੀਂ ਪਾਉਣਗੇ। ਫਿਰ ਐਸੇ ਇਨਸਾਨ ਦੀ ਕਦੇ ਜ਼ਮੀਰ ਨਹੀਂ ਮਰਦੀ, ਐਸੇ ਇਨਸਾਨ ਦੇ ਅੰਦਰੋਂ ਕਦੇ ਇਨਸਾਨੀਅਤ ਨਹੀਂ ਮਰਦੀ। ਤਾਂ ਗੁਰਦੇਵ ਸਾਨੂੰ ਸਮਝਾ ਰਹੇ ਹਨ ਕਿ ਹੇ ਭਾਈ, ਗੁਰੂ ਦੇ ਸ਼ਬਦ ਰਾਹੀਂ ਵਿਕਾਰਾਂ ਤੋਂ ਅਛੋਹ ਹੋਵੋ, ਫਿਰ ਤੁਹਾਨੂੰ ਸदैਵੀ ਆਤਮਿਕ ਜੀਵਨ ਮਿਲੇਗਾ। ਫਿਰ ਕਦੇ ਵੀ ਵਿਕਾਰਾਂ ਕਰਕੇ ਆਤਮਿਕ ਮੌਤ ਨਹੀਂ ਹੋਵੇਗੀ। ਇਸ ਲਈ ਜੋ ਸदैਵੀ ਆਤਮਿਕ ਔਰ ਸੁਖ ਸ਼ਾਂਤੀ ਵਾਲਾ ਜੀਵਨ ਚਾਹੁੰਦਾ ਹੈ, ਉਹਨੂੰ ਚਾਹੀਦਾ ਹੈ ਕਿ ਉਹ ਗੁਰੂ ਪਾਤਸ਼ਾਹ ਜੀ ਦੀ ਪਾਵਨ ਬਾਣੀ ਨੂੰ ਆਪ ਪੜ੍ਹੇ, ਗੁਰਬਾਣੀ ਦੀ ਵਿਚਾਰ ਆਪ ਕਰੇ ਔਰ ਗੁਰਬਾਣੀ ਮੁਤਾਬਕ ਜ਼ਿੰਦਗੀ ਜੀਣ ਦਾ ਯਤਨ ਕਰੇ। ਅੰਮ੍ਰਿਤ ਨਾਮ ਮਨ ਮੀਠਾ ਲਾਗਾ, ਅੰਮ੍ਰਿਤ ਨਾਮ ਸਦਾ ਮਨ ਮੀਠਾ, ਸ਼ਬਦੇ ਪਾਵੈ ਕੋਈ। ਗੁਰੂ ਦੇ ਉਪਦੇਸ਼ ਨੂੰ ਅਪਣਾ ਕੇ, ਗੁਰੂ ਦੇ ਉਪਦੇਸ਼ ਰਾਹੀਂ ਜੋ ਇਹਨਾਂ ਸ਼ੁਭ ਗੁਣਾਂ ਨੂੰ ਪਾ ਲੈਂਦਾ ਹੈ, ਜੋ ਰੱਬੀ ਰਜਾ ਵਿੱਚ ਤੁਰਦਾ ਹੈ, ਜੋ ਨਾਮ ਅੰਮ੍ਰਿਤ ਨੂੰ ਪਾ ਲੈਂਦਾ ਨਾ, ਗੁਰੂ ਸ਼ਬਦ ਰਾਹੀਂ ਆਤਮਿਕ ਜੀਵਨ ਹਾਸਲ ਕਰ ਲੈਂਦਾ ਹੈ, ਗੁਰੂ ਸ਼ਬਦ ਮੁਤਾਬਕ ਜੋ ਜ਼ਿੰਦਗੀ ਜੀਂਦਾ ਹੈ, ਉਹਦੇ ਜੀਵਨ ਦੀ ਨਿਸ਼ਾਨੀ ਇਹ ਕਿ ਆਤਮਿਕ ਜੀਵਨ ਦੇਣ ਵਾਲਾ ਨਾਮ ਜਲ ਉਹਨੂੰ ਮਿੱਠਾ ਲੱਗਦਾ ਹੈ, ਸੱਚ ਉਹਨੂੰ ਪਿਆਰਾ ਲੱਗਦਾ ਹੈ, ਦਇਆ ਪਿਆਰੀ ਲੱਗਦੀ ਹੈ, ਨਿਰਭੈਤਾ ਪਿਆਰੀ ਲੱਗਦੀ ਹੈ, ਨਿਰਵੈਰਤਾ, ਉਹਨੂੰ ਇਹ ਗੁਣ ਸਾਰੇ ਪਿਆਰੇ ਲੱਗਦੇ ਨੇ। ਔਰ ਇਹਨਾਂ ਗੁਣਾਂ ਨੂੰ ਫਿਰ ਉਹ ਪਿਆਰ ਦੇ ਨਾਲ ਅਪਣਾ ਲੈਂਦਾ ਹੈ, ਪਿਆਰ ਦੇ ਨਾਲ ਇਹਨਾਂ ਗੁਣਾਂ ਦੇ ਵਿੱਚ ਲੀਨ ਹੋ ਜਾਂਦਾ ਹੈ। ਗੁਰੂ ਦੀ ਪਾਵਨ ਬਾਣੀ ਪੜ੍ਹਨੀ ਚੰਗੀ ਲੱਗਦੀ ਹੈ, ਗੁਰੂ ਦੀ ਪਾਵਨ ਬਾਣੀ ਵਿਚਾਰਨੀ ਚੰਗੀ ਲੱਗਦੀ ਹੈ, ਗੁਰਬਾਣੀ ਮੁਤਾਬਕ ਜੀਵਨ ਜੀਣਾ ਉਹਨੂੰ ਸੋਹਣਾ ਔਰ ਚੰਗਾ ਔਰ ਪਿਆਰਾ ਲੱਗਦਾ ਹੈ, ਜੋ ਗੁਰੂ ਸ਼ਬਦ ਮੁਤਾਬਕ ਪ੍ਰਭੂ ਪਰਮਾਤਮਾ ਦੇ ਨਾਮ ਜਲ ਨੂੰ ਪ੍ਰਾਪਤ ਕਰ ਲੈਂਦਾ ਹੈ। ਅਖੀਰ ਵਿੱਚ ਬਚਨ ਕਰਦੇ ਨੇ, ਦਾਤੈ ਦਾਤ ਰੱਖੀ ਹੱਥ ਆਪਣੇ, ਜਿਸ ਭਾਵੈ ਤਿਸ ਦੇਈ। ਦਾਤੇ ਨੇ ਦਾਤ ਆਪਣੇ ਹੱਥ ਦੇ ਅੰਦਰ ਰੱਖੀ ਹੋਈ ਹੈ ਔਰ ਉਹ ਦਾਤਾ ਜੋ ਦਾਤਾਂ ਦੇਣ ਵਾਲਾ ਹੈ ਹਰ ਜੀਵ ਦੇ ਅੰਦਰ ਬੈਠਾ ਹੈ, ਮੇਰੇ ਵੀ, ਤੁਹਾਡੇ ਵੀ, ਹੋਰ ਵੀ ਸਾਰਿਆਂ ਦੇ। ਘਟ ਘਟ ਮੈਂ ਹਰ ਜੂ ਵਸੈ, ਸੰਤਨ ਕਹਿਓ ਪੁਕਾਰ, ਸਭ ਮਹਿ ਜੋਤ ਜੋਤ ਹੈ ਸੋਏ। ਔਰ ਗੁਰੂ ਜੀ ਤਾਂ ਬਚਨ ਕਰਦੇ ਨੇ, ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ ਹਰ ਇੱਕ ਦੇ ਅੰਦਰ ਉਹ ਦਾਤਾ ਬੈਠਾ ਹੈ ਅਤੇ ਉਹਨੇ ਦਾਤਾਂ ਆਪਣੇ ਹੱਥ ਦੀ ਤਲੀ 'ਤੇ ਰੱਖੀਆਂ ਨੇ, ਭਾਵ ਕਿ ਲੁਕਾਈਆਂ ਨਹੀਂ ਹਨ। ਜਿਸ ਭਾਵੈ ਤਿਸ ਦੇਈ, ਜਿਸ ਭਾਵੈ ਦਾ ਮਤਲਬ ਜਿਸ ਨੂੰ ਦਾਤ ਚੰਗੀ ਲੱਗਦੀ ਹੈ ਉਸ ਨੂੰ ਦਾਤਾ ਉਹ ਦਾਤਾਂ ਦੇ ਦਿੰਦਾ ਹੈ। ਉਹ ਕਿਸੇ ਨੂੰ ਮੋੜਦਾ ਨਹੀਂ, ਕਿਸੇ ਨੂੰ ਖਾਲੀ ਔਰ ਵਾਂਝਿਆ ਨਹੀਂ ਰੱਖਦਾ। ਜਿਹਨੂੰ ਦਾਤ ਪਾਏਗੀ ਮਿਲੇਗੀ ਤਾਂ ਉਹਨੂੰ, ਲੈਗਾ ਤਾਂ ਉਹ। ਹੁਣ ਜਿਸ ਨੂੰ ਸੱਚ ਚੰਗਾ ਲੱਗਦਾ ਹੈ, ਰੱਬ ਨੇ ਕਦੇ ਇਹ ਥੋੜ੍ਹਾ ਕਹਿਣਾ ਹੈ ਕਿ ਤੂੰ ਸੱਚ ਨਾ ਬੋਲ, ਉਹਨੂੰ ਸੱਚ ਮਿਲ ਜਾਏਗਾ। ਜਿਸ ਨੂੰ ਦਇਆ ਚੰਗੀ ਲੱਗਦੀ ਉਹਨੂੰ ਦਇਆ ਮਿਲ ਜਾਏਗੀ, ਜਿਹਨੂੰ ਪ੍ਰੇਮ ਚੰਗਾ ਲੱਗਦਾ ਉਹਨੂੰ ਪ੍ਰੇਮ ਮਿਲ ਜਾਏਗਾ। ਅਸੀਂ ਇਹ ਗੱਲ ਕਹਿ ਸਕਦੇ ਹਾਂ ਕਿ ਹਰ ਇਨਸਾਨ ਦੇ ਅੰਦਰ ਹਜ਼ਾਰਾਂ ਹਜ਼ਾਰਾਂ ਗੁਣ ਨੇ, ਯਾਨੀ ਅਨੰਤ ਗੁਣ ਇਸ ਦੇ ਅੰਦਰ ਨੇ। ਇਹ ਕੋਈ ਨਹੀਂ ਕਹਿ ਸਕਦਾ ਕਿ ਮੇਰੇ ਵਿੱਚ ਇਹ ਰੱਬੀ ਗੁਣ ਨਹੀਂ ਹਨ। ਰੱਬੀ ਗੁਣ ਹਰ ਇਨਸਾਨ ਦੇ ਅੰਦਰ ਮੌਜੂਦ ਨੇ। ਹਾਂ, ਇਹ ਗੱਲ ਅਸੀਂ ਕਹਿ ਸਕਦੇ ਹਾਂ ਕਿ ਅਸੀਂ ਇਹਨਾਂ ਗੁਣਾਂ ਨੂੰ ਪ੍ਰਯੋਗ ਨਹੀਂ ਕਰਦੇ, ਇਹਨਾਂ ਗੁਣਾਂ ਦੀ ਵਰਤੋਂ ਅਸੀਂ ਨਹੀਂ ਕਰਦੇ। ਇਹ ਇੱਕ ਵੱਖਰਾ ਟੌਪਿਕ ਹੈ। ਤਾਂ ਜਿਸ ਨੂੰ ਜਿਹੜੀ ਦਾਤ ਪਾਉਂਦੀ ਹੈ ਸ਼ੁਭ ਗੁਣਾਂ ਦੀ, ਉਸ ਨੂੰ ਉਹ ਦਾਤਾਂ ਦੇ ਦਿੰਦਾ ਹੈ, ਕਿਸੇ ਨੂੰ ਵਾਂਝਿਆ ਨਹੀਂ ਰੱਖਦਾ। ਨਾਨਕ ਨਾਮ ਰਤੇ ਸੁਖ ਪਾਇਆ, ਦਰਗਹਿ ਜਾਪੈ ਸਈ। ਨਾਮ ਰਤੇ ਦਾ ਮਤਲਬ ਜਿਨ੍ਹਾਂ ਨੇ ਆਪਣੇ ਆਪ ਨੂੰ ਨਾਮ ਦੇ ਨਾਲ ਰੰਗ ਲਿਆ, ਰੱਬੀ ਪ੍ਰੇਮ ਦੇ ਨਾਲ ਰੰਗ ਲਿਆ, ਜਿਨ੍ਹਾਂ ਨੇ ਆਪਣੀ ਸੁਰਤ ਨੂੰ, ਆਪਣੇ ਬੋਲਾਂ ਨੂੰ, ਆਪਣੇ ਵਿਹਾਰ ਨੂੰ ਰੱਬੀ ਪ੍ਰੇਮ ਵਿੱਚ ਰੰਗ ਲਿਆ, ਰੱਬੀ ਗੁਣਾਂ ਵਿੱਚ ਰੰਗ ਲਿਆ, ਜਿਨ੍ਹਾਂ ਨੇ ਗੁਰੂ ਦੀ ਫਿਲੋਸਫੀ ਨਾਲ ਆਪਣੇ ਆਪ ਨੂੰ ਰੰਗ ਲਿਆ, ਭਾਵ ਜੋ ਗੁਰੂ ਦੇ ਦੱਸੇ ਵੇ ਆਫ ਲਾਈਫ ਦੇ ਨਾਲ ਪਿਆਰ ਕਰਦੇ ਨੇ, ਜੋ ਰੱਬੀ ਗੁਣਾਂ ਦੇ ਨਾਲ ਪਿਆਰ ਕਰਦੇ ਨੇ, ਉਹ ਫਿਰ ਸੁੱਖ ਪਾ ਲੈਂਦੇ ਨੇ। ਉਹਨਾਂ ਨੇ ਸੁੱਖ ਪਾਇਆ ਹੈ, ਯਾਨੀ ਇਸ ਦੁਨੀਆ ਵਿੱਚ ਸੁੱਖ ਉਹਨਾਂ ਨੇ ਪਾਇਆ ਹੈ ਜਿਨ੍ਹਾਂ ਨੇ ਆਪਣੀ ਸੋਚ ਨੂੰ ਰੱਬੀ ਗੁਣਾਂ ਦੇ ਨਾਲ ਰੰਗ ਲਿਆ ਹੈ। ਦਰਗਾਹ ਜਾਪੈ ਸਈ, ਜਾਪੈ ਦਾ ਮਤਲਬ ਜਾਪਦੇ ਨੇ, ਭਾਵ ਕਿ ਉਹਨਾਂ ਨੂੰ ਮਾਣ ਆਦਰ ਔਰ ਸਤਿਕਾਰ ਮਿਲਦਾ ਹੈ। ਰੱਬੀ ਦਰਗਾਹ ਵਿੱਚ ਵੀ ਉਹਨਾਂ ਨੂੰ ਮਾਣ ਆਦਰ ਔਰ ਸਤਿਕਾਰ ਮਿਲਦਾ ਹੈ। ਅਤੇ ਯਾਦ ਰੱਖਣਾ, ਰੱਬੀ ਦਰਗਾਹ ਕਿੱਥੇ ਹੈ? ਜਿੱਥੇ ਰੱਬ ਵਸਦਾ ਹੈ ਉੱਥੇ ਰੱਬ ਦੀ ਦਰਗਾਹ ਹੈ। ਅਤੇ ਰੱਬ ਇਸ ਜਗਤ ਦੇ ਕਣ ਕਣ ਦੇ ਅੰਦਰ ਵਸ ਰਿਹਾ ਹੈ। ਇਹਦਾ ਮਤਲਬ
ਰੱਬ ਇਸ ਜਗਤ ਦੇ ਕਣ-ਕਣ ਦੇ ਅੰਦਰ ਵਸਦਾ ਹੈ ਤਾਂ ਉਹਨੂੰ ਹਰ ਥਾਂ ਦੇ ਉੱਤੇ ਮਾਣ, ਆਦਰ ਔਰ ਸਤਿਕਾਰ ਮਿਲਦਾ ਹੈ। ਇਸ ਲਈ हे ਨਾਨਕ ਆਖ ਕਿ ਜਿਨ੍ਹਾਂ ਨੇ ਆਪਣੇ ਆਪ ਨੂੰ ਨਾਮ ਰੰਗ ਵਿੱਚ ਰੱਬੀ ਗੁਣਾਂ ਦੇ ਪ੍ਰੇਮ ਦੇ ਅੰਦਰ ਰੰਗ ਲਿਆ ਹੈ, ਉਹਨਾਂ ਨੇ ਆਤਮਿਕ ਸੁਖ ਪਾਇਆ ਅਤੇ ਉਹਨਾਂ ਨੂੰ ਹਰ ਥਾਂ ਦੇ ਉੱਤੇ ਮਾਣ, ਆਦਰ ਔਰ ਸਤਿਕਾਰ ਮਿਲਦਾ ਹੈ। ਇਸ ਲਈ ਅਸੀਂ ਕਹਿ ਸਕਦੇ ਹਾਂ ਜੋ ਵੀ ਇਨਸਾਨ ਸੁਖ, ਸ਼ਾਂਤੀ, ਆਨੰਦ, ਖੇੜਾ, ਪ੍ਰਸੰਨਤਾ, ਆਦਰ, ਮਾਣ ਔਰ ਸਤਿਕਾਰ ਪਾਉਣਾ ਚਾਹੁੰਦਾ ਹੈ, ਉਹ ਪ੍ਰਭੂ ਪਰਮਾਤਮਾ ਦੇ ਗੁਣਾਂ ਦੇ ਨਾਲ, ਪਾਵਨ ਬਾਣੀ ਦੇ ਨਾਲ ਸਾਂਝ ਪਾਏ ਔਰ ਗੁਰਬਾਣੀ ਮੁਤਾਬਕ ਜੀਵਨ ਜੀ ਕੇ ਆਪਣੇ ਜੀਵਨ ਨੂੰ ਸਫਲ ਔਰ ਸੁੱਜਾ ਕਰੇ। ਹੋਏਗਾ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।